ਮੇਰੀ ਪਤਨੀ ਡਾਕਟਰ ਸੀ ਅਤੇ ਹਰ ਰੋਜ਼ ਰਾਤ ਨੂੰ ਉਸ ਦੀ ਡਿਊਟੀ ਹੁੰਦੀ ਸੀ। ਅਚਾਨਕ ਮੇਰੀ ਪਤਨੀ ਦੇ ਕੋਲ ਬਹੁਤ ਸਾਰਾ ਪੈਸਾ ਆ ਗਿਆ। ਪਤਨੀ ਦਾ ਰਾਜ਼ ਜਾਣਨ ਲਈ ਇੱਕ ਦਿਨ ਮੈਂ ਉਸ ਦੇ ਹਸਪਤਾਲ ਗਿਆ। ਹਸਪਤਾਲ ਵਿੱਚ ਬਹੁਤ ਛੋਟੇ-ਛੋਟੇ ਬੱਚੇ ਸੀ। ਜਦੋਂ ਮੈਂ ਉਸ ਦੇ ਕਮਰੇ ਵਿੱਚ ਗਿਆ ਤਾਂ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ, ਕਿਉਂਕਿ ਮੇਰੀ ਪਤਨੀ 4 ਡਾਕਟਰਾਂ ਦੇ ਨਾਲ ਮੇਰਾ ਅਤੇ ਰੇਖਾ ਦਾ ਵਿਆਹ ਹੋਏ ਨੂੰ 3 ਸਾਲ ਹੋਣ ਵਾਲੇ ਸੀ। ਇਨ੍ਹਾਂ 3 ਸਾਲਾਂ ਵਿੱਚ ਸਾਡੇ ਕੋਈ ਔਲਾਦ ਨਹੀਂ ਸੀ, ਪਰ ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ। ਮੇਰਾ ਮੰਨਣਾ ਸੀ ਕਿ ਇਹ ਸਭ ਉੱਪਰ ਵਾਲੇ ਦੀ ਦੇਣ ਹੈ। ਜੇ ਕਿਸਮਤ ਵਿੱਚ ਲਿਖਿਆ ਹੋਇਆ ਤਾਂ ਔਲਾਦ ਹੋ ਜਾਊਗੀ। ਮੈਂ ਆਪਣੀ ਪਤਨੀ ਰੇਖਾ ਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਪਤਨੀ ਇੱਕ ਡਾਕਟਰ ਸੀ। ਮੈਨੂੰ ਉਸ ਉੱਪਰ ਬਹੁਤ ਮਾਣ ਸੀ। ਦਿਨ ਹੋਵੇ ਜਾਂ ਰਾਤ, ਰੇਖਾ ਪਿੱਛੇ ਨਹੀਂ ਹਟਦੀ ਸੀ। ਜਦੋਂ ਵੀ ਉਸ ਨੂੰ ਹਸਪਤਾਲ ਤੋਂ ਫੋਨ ਆਉਂਦਾ ਤਾਂ ਉਹ ਕੰਮ ਛੱਡ ਕੇ ਆਪਣਾ ਫਰਜ਼ ਨਿਭਾਉਣ ਹਸਪਤਾਲ ਪਹੁੰਚ ਜਾਂਦੀ। ਮੈਂ ਤੇ ਰੇਖਾ ਅਲੱਗ ਘਰ ਵਿੱਚ ਰਹਿੰਦੇ ਸੀ, ਪਰ ਸਾਡੀ ਜੁਆਇੰਟ ਫੈਮਿਲੀ ਸੀ। ਪਰਿਵਾਰ ਨਾਲੋਂ ਅਲੱਗ ਰਹਿਣ ਦਾ ਫੈਸਲਾ ਮੈਨੂੰ ਰੇਖਾ ਦੀ ਵਜ੍ਹਾ ਨਾਲ ਹੀ ਲੈਣਾ ਪਿਆ ਸੀ। ਵਿਆਹ ਤੋਂ ਬਾਅਦ ਉਸਦਾ ਡਾਕਟਰੀ ਦਾ ਆਖਰੀ ਸਾਲ ਸੀ। ਰੋਜ਼ਾਨਾ ਮੈਡੀਕਲ ਕਾਲਜ ਜਾਣਾ ਪੈਂਦਾ ਸੀ, ਜਿਸ ਦੀ ਵਜ੍ਹਾ ਨਾਲ ਜੁਆਇੰਟ ਫੈਮਿਲੀ ਵਿੱਚ ਰਹਿਣਾ ਮੁਸ਼ਕਿਲ ਸੀ। ਰੇਖਾ ਦੇ ਕੰਮ ਨੂੰ ਦੇਖਦੇ ਹੋਏ ਮੈਂ ਆਪਣਾ ਅਲੱਗ ਘਰ ਦਾ ਇੰਤਜ਼ਾਮ ਕਰ ਲਿਆ ਸੀ, ਤਾਂ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੀ ਨੌਕਰੀ ਨੂੰ ਜਾਰੀ ਰੱਖ ਸਕੇ। ਮੈਂ ਖੁਦ ਇੱਕ ਕੋਚਿੰਗ ਟੀਚਰ ਸੀ ਤੇ ਆਪਣਾ ਹੀ ਕੋਚਿੰਗ ਸੈਂਟਰ ਖੋਲ੍ਹਿਆ ਹੋਇਆ ਸੀ। ਮੇਰਾ ਕੰਮ ਬਹੁਤ ਵਧੀਆ ਚੱਲਦਾ ਸੀ। ਮੇਰੇ ਘਰ ਦੇ ਹਾਲਾਤ ਵੀ ਬਹੁਤ ਵਧੀਆ ਸੀ। ਪਰ ਜਦੋਂ ਰੇਖਾ ਨੇ ਹਸਪਤਾਲ ਜਾਣਾ ਸ਼ੁਰੂ ਕੀਤਾ ਤਾਂ ਸਭ ਕੁਝ ਬਦਲ ਗਿਆ। ਹਸਪਤਾਲ ਵਾਲੇ ਰੇਖਾ ਨੂੰ ਬਹੁਤ ਵਧੀਆ ਪੈਕੇਜ ਦੇ ਰਹੇ ਸੀ। ਇਹ ਸਭ ਉਸਦੀ ਮਿਹਨਤ ਦੀ ਵਜ੍ਹਾ ਨਾਲ ਸੀ। ਉਹ ਆਪਣੇ ਸਾਰੇ ਸ਼ੌਕ ਆਪਣੇ ਪੈਸਿਆਂ ਨਾਲ ਹੀ ਪੂਰੇ ਕਰਦੀ ਸੀ। ਮੈਂ ਬਸ ਇੰਨਾ ਕੁ ਕਮਾ ਲੈਂਦਾ ਸੀ ਕਿ ਉਸਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਸੀ। ਉਹ ਆਪਣੇ ਦਮ ਉੱਪਰ ਹੀ ਸਭ ਕੁਝ ਕਰਨਾ ਚਾਹੁੰਦੀ ਸੀ। ਮੈਂ ਉਸਦਾ ਪਤੀ ਸੀ, ਪਰ ਉਸਨੂੰ ਮੇਰੀ ਕੋਈ ਮਦਦ ਨਹੀਂ ਚਾਹੀਦੀ ਸੀ। ਉਸਦਾ ਇਹ ਸਭ ਕਰਨਾ ਲੋਕਾਂ ਨੂੰ ਪਸੰਦ ਆਉਂਦਾ ਸੀ। ਮੇਰੇ ਦੋਸਤ ਵੀ ਰੇਖਾ ਦੀ ਤਾਰੀਫ ਕਰਦੇ ਨਹੀਂ ਥੱਕਦੇ ਸੀ। ਕਹਿੰਦੇ ਸੀ ਕਿ ਯਾਰ, ਤੇਰੀ ਕਿਸਮਤ ਬਹੁਤ ਵਧੀਆ ਹੈ। ਅਸੀਂ ਤਾਂ ਆਪਣੀਆਂ ਪਤਨੀਆਂ ਦੀਆਂ ਡਿਮਾਂਡਾਂ ਤੋਂ ਤੰਗ ਆ ਚੁੱਕੇ ਹਾਂ। ਪਰ ਮੈਨੂੰ ਤਾਂ ਇਹੋ ਜਿਹੀ ਕੋਈ ਪਰੇਸ਼ਾਨੀ ਨਹੀਂ ਸੀ ਅਤੇ ਉਹਨਾਂ ਦੀ ਇਹ ਗੱਲ ਸੱਚ ਸੀ। ਰੇਖਾ ਨੇ ਅੱਜ ਤੱਕ ਮੈਨੂੰ ਕਦੀ ਵੀ ਕਿਸੇ ਚੀਜ਼ ਲਈ ਤੰਗ ਪਰੇਸ਼ਾਨ ਨਹੀਂ ਕੀਤਾ ਸੀ। ਪਰ ਥੋੜ੍ਹੇ ਸਮੇਂ ਬਾਅਦ ਸਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਮੋੜ ਆਇਆ ਕਿ ਸਭ ਕੁਝ ਬਦਲ ਗਿਆ ਅਤੇ ਮੈਨੂੰ ਪਤਾ ਲੱਗਿਆ ਕਿ ਜ਼ਰੂਰੀ ਨਹੀਂ ਇਨਸਾਨ ਜਿੱਦਾਂ ਦਾ ਦਿਸਦਾ ਉੱਦਾਂ ਦਾ ਹੀ ਹੋਵੇ। ਮੇਰੀ ਪਤਨੀ ਦੀ ਭਿਆਨਕ ਸੱਚਾਈ ਉਸ ਸਮੇਂ ਖੁੱਲ੍ਹੀ ਜਦੋਂ ਮੇਰੀ ਭੈਣ ਦਾ ਵਿਆਹ ਸੀ। ਮੇਰੀ ਛੋਟੀ ਭੈਣ ਦੇ ਵਿਆਹ ਵਿੱਚ ਇੱਕ ਹੀ ਹਫ਼ਤਾ ਬਾਕੀ ਸੀ। ਮੇਰੀ ਭੈਣ ਦੇ ਵਿਆਹ ਵਿੱਚ ਰੇਖਾ ਆਪਣੇ ਕੰਮਾਂ ਵਿੱਚ ਇੰਨੀ ਬਿਜੀ ਸੀ ਕਿ ਉਸਨੇ ਇੱਕ ਦਿਨ ਦੀ ਵੀ ਛੁੱਟੀ ਨਾ ਲਈ। ਪਿਛਲੇ ਕਈ ਮਹੀਨਿਆਂ ਤੋਂ ਉਸਦੀ ਨਾਈਟ ਡਿਊਟੀ ਸੀ। ਮੇਰੀ ਮਾਂ ਵੀ ਇਸ ਗੱਲ ਦੀ ਸ਼ਿਕਾਇਤ ਕਰਨ ਲੱਗੀ ਕਿ ਮੇਰੀ ਛੋਟੀ ਨੂੰ ਮੇਰੀ ਧੀ ਦੇ ਵਿਆਹ ਦੇ ਕਿਸੇ ਵੀ ਫੰਕਸ਼ਨ ਵਿੱਚ ਸ਼ਾਮਿਲ ਨਹੀਂ ਹੁੰਦੀ। ਮੈਂ ਆਪਣੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦਾ ਕੰਮ ਹੀ ਇਹੋ ਜਿਹਾ ਹੈ, ਜੇ ਹਸਪਤਾਲ ਨਾ ਜਾਵੇ ਤਾਂ ਮਰੀਜ਼ਾਂ ਨੂੰ ਕੌਣ ਦੇਖੇਗਾ। ਮੇਰੀ ਮਾਂ ਗੁੱਸੇ ਵਿੱਚ ਬੋਲੀ, ਤੇਰੀ ਪਤਨੀ ਇਕੱਲੀ ਹੀ ਨਹੀਂ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੀ, ਉੱਥੇ ਹੋਰ ਵੀ ਬਹੁਤ ਡਾਕਟਰ ਨੇ। ਮੇਰੀ ਮਾਂ ਚਾਹੁੰਦੀ ਸੀ ਕਿ ਉਹ ਛੁੱਟੀ ਲੈ ਕੇ ਆਪਣੀ ਨਨਾਣ ਦੇ ਵਿਆਹ ਵਿੱਚ ਸ਼ਾਮਿਲ ਹੋਵੇ ਅਤੇ ਆਪਣੇ ਫਰਜ਼ ਨਿਭਾਵੇ। ਸਾਰੇ ਰਿਸ਼ਤੇਦਾਰ ਵੀ ਗੱਲਾਂ ਕਰਦੇ ਸੀ ਕਿ ਇਹਨਾਂ ਦੀ ਛੋਟੀ ਨੂੰ ਸਹੁਰਿਆਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ। ਮੈਂ ਨਾ ਹੀ ਮਾਂ ਨੂੰ ਕੁਝ ਕਹਿ ਸਕਦਾ ਸੀ ਅਤੇ ਨਾ ਹੀ ਰੇਖਾ ਨੂੰ ਕਹਿ ਸਕਦਾ ਸੀ, ਕਿਉਂਕਿ ਰੇਖਾ ਨਾਲ ਮੇਰੀ ਲਵ ਮੈਰਿਜ ਸੀ। ਉਸਨੇ ਵਿਆਹ ਤੋਂ ਪਹਿਲਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਕਿਸੇ ਵੀ ਹਾਲਾਤ ਵਿੱਚ ਆਪਣਾ ਕੰਮ ਨਹੀਂ ਛੱਡ ਸਕਦੀ। ਮੈਂ ਵੀ ਜਜ਼ਬਾਤੀ ਹੋ ਕੇ ਉਸਦੀ ਗੱਲ ਮੰਨ ਲਈ, ਪਰ ਹੁਣ ਉਹ ਸ਼ਰਤ ਨਿਭਾਉਣੀ ਔਖੀ ਹੋ ਰਹੀ ਸੀ, ਕਿਉਂਕਿ ਮਾਂ ਦਾ ਦਬਾਅ ਵੱਧ ਗਿਆ ਸੀ। ਲੋਕੀ ਵੀ ਗੱਲਾਂ ਕਰ ਰਹੇ ਸੀ ਕਿ ਖਰੇ ਨੂੰ ਸੱਸ ਦੀ ਬਣਦੀ ਨਹੀਂ ਤਾਂ ਹੀ ਉਹ ਵਿਆਹ ਵਿੱਚ ਨਹੀਂ ਆਉਂਦੀ। ਹੁਣ ਵਿਆਹ ਵਿੱਚ ਸਿਰਫ 2 ਦਿਨ ਹੀ ਬਾਕੀ ਸੀ
ਰੇਖਾ ਹਸਪਤਾਲੋਂ ਆਈ ਤਾਂ ਮੈਂ ਉਸਨੂੰ ਪਿਆਰ ਨਾਲ ਸਮਝਾਇਆ ਕਿ ਤੂੰ 2 ਦਿਨ ਦੀ ਛੁੱਟੀ ਲੈ ਲੈ ਤਾਂ ਕਿ ਮਾਂ ਦੀਆਂ ਸ਼ਿਕਾਇਤਾਂ ਦੂਰ ਹੋ ਜਾਣ। ਮੇਰੀ ਗੱਲ ਸੁਣਦੇ ਹੀ ਰੇਖਾ ਨੂੰ ਗੁੱਸਾ ਆ ਗਿਆ ਤੇ ਉਹ ਗੁੱਸੇ ਵਿੱਚ ਬੋਲਣ ਲੱਗੀ, ਮੈਂ ਹਸਪਤਾਲ ਵਿੱਚ ਡਾਕਟਰ ਹਾਂ, ਮਰੀਜ਼ਾਂ ਨੂੰ ਮੇਰੀ ਜ਼ਰੂਰਤ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਫਾਲਤੂ ਦੇ ਰੀਤੀ ਰਿਵਾਜਾਂ ਦੇ ਚੱਕਰ ਵਿੱਚ ਮਰੀਜ਼ਾਂ ਨੂੰ ਛੱਡ ਦੇਵਾਂ। ਰੇਖਾ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੀ ਹੋ ਗਿਆ। ਉਹ ਇੱਕ ਗਰੀਬ ਪਰਿਵਾਰ ਦੀ ਧੀ ਸੀ ਤੇ ਉਸਦੇ ਪਿਤਾ ਜੀ ਕਿਸੇ ਬਿਮਾਰੀ ਨਾਲ ਪੀੜਤ ਸੀ ਤੇ ਸਹੀ ਸਮੇਂ 'ਤੇ ਇਲਾਜ ਨਾ ਮਿਲਣ ਕਰਕੇ ਉਹਨਾਂ ਦੀ ਮੌਤ ਹੋ ਗਈ। ਸ਼ਾਇਦ ਇਸੇ ਕਰਕੇ ਉਹ ਮਰੀਜ਼ਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਸੀ। ਉਹ ਕਿੰਨੀ ਵੀ ਬਿਮਾਰ ਕਿਉਂ ਨਾ ਹੋਵੇ, ਉਹ ਕਦੀ ਵੀ ਹਸਪਤਾਲੋਂ ਛੁੱਟੀ ਨਹੀਂ ਲੈਂਦੀ ਸੀ। ਇੱਕ ਦਿਨ ਉਸਨੂੰ ਬਹੁਤ ਤੇਜ਼ ਬੁਖਾਰ ਸੀ ਅਤੇ ਅੱਧੀ ਰਾਤ ਨੂੰ ਹੀ ਉਸਨੂੰ ਹਸਪਤਾਲੋਂ ਫੋਨ ਆ ਗਿਆ ਤਾਂ ਉਹ ਉਸੇ ਵੇਲੇ ਉੱਠ ਕੇ ਚਲੀ ਗਈ। ਮੈਂ ਅੱਧੀ ਰਾਤ ਨੂੰ ਹੀ ਉਸਨੂੰ ਹਸਪਤਾਲ ਦੇ ਗੇਟ ਤੱਕ ਛੱਡਣ ਗਿਆ ਸੀ ਤੇ ਫਿਰ ਹੁਣ ਤਾਂ ਵਿਆਹ ਸੀ, ਉਹ ਛੁੱਟੀ ਕਿੱਦਾਂ ਲੈ ਸਕਦੀ ਸੀ। ਮੈਂ ਆਪਣੀ ਮਾਂ ਅਤੇ ਪਤਨੀ ਦੇ ਵਿਚਕਾਰ ਫਸ ਗਿਆ ਸੀ। ਖੈਰ ਉਹ ਮੂੰਹ ਹੱਥ ਧੋ ਕੇ ਆਰਾਮ ਨਾਲ ਮੇਰੇ ਕੋਲ ਆ ਕੇ ਬੈਠ ਗਈ ਅਤੇ ਕਹਿਣ ਲੱਗੀ, ਦੇਖੋ ਮੈਂ ਛੁੱਟੀ ਕਿੱਦਾਂ ਲੈ ਸਕਦੀ ਹਾਂ। ਮੇਰਾ ਹਸਪਤਾਲ ਵੀ ਬਹੁਤਾ ਵੱਡਾ ਨਹੀਂ ਹੈ, ਉੱਥੇ ਬਸ ਗਿਣੇ ਚੁਣੇ ਡਾਕਟਰ ਹੀ ਹਨ। ਕਿਸੇ ਇੱਕ ਡਾਕਟਰ ਦੀ ਗੈਰ ਮੌਜੂਦਗੀ ਨਾਲ ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੇ ਹਸਪਤਾਲ ਵਾਲੇ ਮੈਨੂੰ ਇਸੇ ਕਰਕੇ ਇੰਨਾ ਵਧੀਆ ਪੈਕੇਜ ਦਿੰਦੇ ਹਨ ਕਿਉਂਕਿ ਮੈਂ ਆਪਣਾ ਕੰਮ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕਰਦੀ ਹਾਂ। ਮੈਂ ਰੇਖਾ ਦੀਆਂ ਗੱਲਾਂ ਸੁਣ ਕੇ ਉਸਦਾ ਹੱਥ ਫੜ ਕੇ ਉਸਨੂੰ ਤਸੱਲੀ ਦਿੱਤੀ ਕਿ ਤੂੰ ਆਰਾਮ ਨਾਲ ਆਪਣਾ ਕੰਮ ਕਰ ਸਕਦੀ ਹੋ, ਮੈਂ ਮਾਂ ਅਤੇ ਘਰ ਵਾਲਿਆਂ ਨੂੰ ਸੰਭਾਲ ਲਵਾਂਗਾ। ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਈ ਤੇ ਕਹਿਣ ਲੱਗੀ, ਮੈਂ ਇੰਨੇ ਪੈਸੇ ਕਮਾਵਾਂਗੀ ਕਿ ਮੈਨੂੰ ਕਿਸੇ ਵੀ ਚੀਜ਼ ਦੇ ਲਈ ਤਰਸਣਾ ਨਹੀਂ ਪਵੇਗਾ ਤੇ ਦੁਨੀਆ ਮੇਰੇ ਅੱਗੇ ਪਿੱਛੇ ਘੁੰਮੇਗੀ। ਮੈਂ ਉਚਾਈ ਦੇ ਉਸ ਮੁਕਾਮ 'ਤੇ ਪਹੁੰਚਣਾ ਚਾਹੁੰਦੀ ਹਾਂ ਕਿ ਜਿੱਥੇ ਦੁਨੀਆ ਦਾ ਕੱਦ ਛੋਟਾ ਪੈ ਜਾਏ। ਰੇਖਾ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਅਜੀਬ ਜਿਹਾ ਲੱਗਾ ਕਿਉਂਕਿ ਉਹ ਤਾਂ ਮਰੀਜ਼ਾਂ ਦੇ ਲਈ ਕੰਮ ਕਰਦੀ ਹੈ ਤੇ ਇੰਨਾ ਪੈਸਾ ਕਮਾਉਣ ਦੀ ਖਵਾਇਸ਼ ਕਿਉਂ ਕਰ ਰਹੀ ਹੈ। ਮੈਂ ਰੇਖਾ ਨੂੰ ਕਿਹਾ, ਸਾਡੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ, ਬਸ ਤੂੰ ਗਰੀਬਾਂ ਦੀ ਮਦਦ ਕਰ, ਮੈਂ ਆਪੇ ਹੌਲੀ ਹੌਲੀ ਤੇਰੇ ਸਾਰੇ ਸੁਪਨੇ ਪੂਰੇ ਕਰ ਦੇਵਾਂਗਾ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਪਈ ਤੇ ਬੋਲੀ, ਮੈਂ ਆਪਣੇ ਦਮ 'ਤੇ ਕੁਝ ਕਰਨਾ ਚਾਹੁੰਦੀ ਹਾਂ। ਮਰੀਜ਼ਾਂ ਦਾ ਖਿਆਲ ਮੈਂ ਬਹੁਤ ਵਧੀਆ ਤਰੀਕੇ ਨਾਲ ਕਰਦੀ ਹਾਂ ਅਤੇ ਪੈਸੇ ਤਾਂ ਮੈਨੂੰ ਹਸਪਤਾਲ ਵਾਲੇ ਦਿੰਦੇ ਹਨ। ਮੈਂ ਕਿਹਾ, ਠੀਕ ਹੈ ਮੇਰੀ ਡਾਕਟਰ ਸਾਹਿਬਾ, ਜੋ ਮਰਜ਼ੀ ਕਰੋ, ਬਸ ਰੇਨੂੰ ਦੇ ਵਿਆਹ ਵਾਲੇ ਦਿਨ ਆ ਜਾਵੀਂ, ਬਾਕੀ ਦੇ ਦਿਨ ਮੈਂ ਆਪਣੇ ਆਪ ਸੰਭਾਲ ਲਵਾਂਗਾ। ਰੇਖਾ ਨੇ ਵਾਅਦਾ ਕੀਤਾ ਕਿ ਮੈਂ ਹਰ ਹਾਲ ਵਿੱਚ ਆਵਾਂਗੀ, ਪਰ ਰੇਨੂੰ ਦੇ ਵਿਆਹ ਵਾਲੇ ਦਿਨ ਸਭ ਕੁਝ ਬਦਲ ਗਿਆ। ਮੇਰੀ ਮਾਂ ਦਾ ਮੂਡ ਬਹੁਤ ਖਰਾਬ ਸੀ। ਉਹ ਤਾਂ ਵਿਆਹ ਤੋਂ ਪਹਿਲਾਂ ਵੀ ਮੈਨੂੰ ਗੱਲਾਂ ਸੁਣਾਉਂਦੀ ਰਹਿੰਦੀ ਸੀ ਕਿਉਂਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਰੇਖਾ ਦਾ ਇੱਦਾਂ ਦਾ ਵਰਤਾਵ ਅੱਗ ਤੇ ਤੇਲ ਦਾ ਕੰਮ ਕਰ ਰਿਹਾ ਸੀ। ਮਾਂ ਹਰ ਵੇਲੇ ਮੈਨੂੰ ਤਾਨੇ ਮਾਰਦੀ ਰਹਿੰਦੀ ਕਿ ਸਾਡੀ ਮਰਜ਼ੀ ਨਾਲ ਵਿਆਹ ਕਰਵਾਉਂਦਾ ਤਾਂ ਅੱਜ ਹੀ ਦਿਨ ਨਾ ਦੇਖਣੇ ਪੈਂਦੇ। ਸਾਰੀ ਰਾਤ ਉਹ ਹਸਪਤਾਲ ਵਿੱਚ ਹੀ ਗੁਜ਼ਾਰ ਦਿੰਦੀ ਹੈ। ਹਜੇ ਤੱਕ ਤੁਹਾਡੇ ਕੋਈ ਔਲਾਦ ਵੀ ਨਹੀਂ ਹੋਈ। ਮੈਂ ਮਾਂ ਦੀਆਂ ਗੱਲਾਂ ਚੁੱਪ ਕਰਕੇ ਸੁਣੀ ਜਾ ਰਿਹਾ ਸੀ। ਅੱਜ ਵਿਆਹ ਵਾਲਾ ਦਿਨ ਸੀ ਤੇ ਅੱਜ ਰੇਖਾ ਘਰ ਹੀ ਸੀ ਤੇ ਬਰਾਤ ਆਉਣ ਦੀ ਤਿਆਰੀ ਕਰ ਰਹੀ ਸੀ। ਅਸੀਂ ਤਿਆਰ ਹੋ ਕੇ ਮੈਰਿਜ ਹਾਲ ਦੇ ਲਈ ਨਿਕਲਣ ਹੀ ਲੱਗੇ ਸੀ ਕਿ ਰੇਖਾ ਦਾ ਫੋਨ ਵੱਜਣ ਲੱਗ ਪਿਆ। ਮੈਂ ਡਰਾਈਵਿੰਗ ਸੀਟ 'ਤੇ ਬੈਠ ਗਿਆ ਤੇ ਉਹ ਮੇਰੇ ਨਾਲ ਵਾਲੀ ਸੀਟ 'ਤੇ ਬੈਠ ਕੇ ਗੱਲਾਂ ਕਰ ਰਹੀ ਸੀ। ਉਸਨੂੰ ਹਸਪਤਾਲੋਂ ਫੋਨ ਆਇਆ ਸੀ। ਰੇਖਾ ਥੋੜ੍ਹੀ ਦੇਰ ਤਾਂ ਨਾ ਕਰਦੀ ਰਹੀ ਪਰ ਅੱਗੇ ਉਹਨਾਂ ਨੇ ਪਤਾ ਨਹੀਂ ਕੀ ਕਿਹਾ ਕਿ ਉਸਨੇ ਹਾਂ ਕਹੀ ਕਿ ਫੋਨ ਬੰਦ ਕਰ ਦਿੱਤਾ। ਮੈਂ ਸਵਾਲੀਆ ਨਜ਼ਰਾਂ ਨਾਲ ਉਸਦੇ ਵੱਲ ਦੇਖਿਆ ਤਾਂ ਉਹ ਕਹਿਣ ਲੱਗੀ, ਮਜਬੂਰੀ ਆ, ਬਸ ਥੋੜ੍ਹੀ ਦੇਰ ਲਈ ਹਸਪਤਾਲ ਜਾਣਾ ਪਵੇਗਾ। ਉਸਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਕਿਹਾ, ਕਿਉਂ? ਹਸਪਤਾਲ ਦੇ ਬਾਕੀ ਡਾਕਟਰ ਕਿੱਥੇ ਨੇ ਜੋ ਤੈਨੂੰ ਹੀ ਐਮਰਜੈਂਸੀ ਵਿੱਚ ਜਾਣਾ ਪੈਂਦਾ? ਰੇਖਾ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਕਹਿਣ ਲੱਗੀ, ਮੈਂ ਤੁਹਾਡੇ ਸਾਹਮਣੇ ਵਾਰ-ਵਾਰ ਉਹਨਾਂ ਨੂੰ ਮਨਾ ਤਾਂ ਕਰ ਰਹੀ ਸੀ ਪਰ ਕੀ ਕਰਾਂ, ਮੇਰਾ ਹੀ ਮਰੀਜ਼ ਹੈ, ਮੈਨੂੰ ਹੀ ਉਸਦੇ ਬਾਰੇ ਸਭ ਪਤਾ ਹੈ।
ਤਾਂ ਕਰਕੇ ਮੇਰਾ ਜਾਣਾ ਜ਼ਰੂਰੀ ਹੈ। ਮੈਂ ਉਸਨੂੰ ਕਿਹਾ, ਚੱਲ ਅਸੀਂ ਦੋਨੋਂ ਹਸਪਤਾਲ ਚੱਲਦੇ ਹਾਂ, ਪਰ ਉਸਨੇ ਮਨਾ ਕਰ ਦਿੱਤਾ ਕਿ ਤੁਸੀਂ ਵਿਆਹ ਵਿੱਚ ਜਾਓ, ਮੈਂ ਆ ਜਾਵਾਂਗੀ। ਮੈਂ ਨਾ ਚਾਹੁੰਦੇ ਹੋਏ ਵੀ ਉਸਨੂੰ ਆਟੋ ਵਿੱਚ ਬਿਠਾ ਕੇ ਖੁਦ ਵਿਆਹ ਵਿੱਚ ਚਲਾ ਗਿਆ। ਉੱਥੇ ਜਾਂਦੇ ਹੀ ਮੇਰੀ ਮਾਂ ਮੇਰੇ ਉੱਪਰ ਵਰਸ ਪਈ। ਘਰਦਿਆਂ ਅਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਸੁਣ ਕੇ ਮੈਂ ਅੱਕ ਗਿਆ ਤੇ ਸੋਚਿਆ ਉਸਨੂੰ ਹਸਪਤਾਲੋਂ ਜਾ ਕੇ ਲੈ ਆਉਣਾ। ਹਾਂ, ਮੈਂ ਉਸਨੂੰ ਬਹੁਤ ਵਾਰ ਫੋਨ ਕੀਤਾ ਪਰ ਉਸਨੇ ਚੁੱਕਿਆ ਹੀ ਨਹੀਂ। ਫਿਰ ਮੈਂ ਗੱਡੀ 'ਚੋਂ ਉਤਰ ਕੇ ਹਸਪਤਾਲ ਦੇ ਵੱਲ ਤੁਰਿਆ। ਅੱਜ ਪਹਿਲੀ ਵਾਰ ਮੈਂ ਹਸਪਤਾਲ ਦੇ ਅੰਦਰ ਗਿਆ ਤਾਂ ਉੱਥੇ ਜੋ ਦੇਖਿਆ ਉਸਨੂੰ ਦੇਖ ਮੈਂ ਹੈਰਾਨ ਰਹਿ ਗਿਆ ਕਿਉਂਕਿ ਉੱਥੇ ਛੋਟੇ-ਛੋਟੇ ਬੱਚੇ ਸੀ। ਉਹ ਕੋਈ ਬੱਚਿਆਂ ਦਾ ਹਸਪਤਾਲ ਲੱਗ ਰਿਹਾ ਸੀ। ਅਚਾਨਕ ਮੇਰੀ ਨਜ਼ਰ ਰੇਖਾ 'ਤੇ ਪਈ। ਉਹ ਮੇਰੇ ਤੋਂ ਥੋੜ੍ਹੀ ਦੂਰੀ 'ਤੇ ਸੀ ਤੇ ਇੱਕ ਕਮਰੇ ਵਿੱਚ ਚਲੀ ਗਈ। ਮੈਂ ਵੀ ਗੁੱਸੇ ਵਿੱਚ ਰੇਖਾ ਦੇ ਮਗਰ ਕਮਰੇ ਦੇ ਅੰਦਰ ਚਲਾ ਗਿਆ, ਪਰ ਅੰਦਰ ਦੇ ਮੰਜ਼ਰ ਨੇ ਤਾਂ ਮੇਰਾ ਦਿਲ ਹੀ ਦਹਿਲਾ ਦਿੱਤਾ ਕਿਉਂਕਿ ਕਮਰੇ ਦੇ ਅੰਦਰ ਇਕੱਲੀ ਰੇਖਾ ਨਹੀਂ ਸੀ, ਉਸਦੇ ਨਾਲ 4 ਮਰਦ ਸੀ ਅਤੇ ਜੋ ਕੁਝ ਵੀ ਉਹਨਾਂ ਦੇ ਵਿੱਚ ਚੱਲ ਰਿਹਾ ਸੀ ਉਹ ਸੁਣਨ ਤੋਂ ਬਾਅਦ ਮੇਰੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ। ਮੇਰੀ ਉਹ ਪਤਨੀ, ਜਿਸ ਨੂੰ ਮੈਂ ਲੋਕਾਂ ਦਾ ਮਸੀਹਾ ਸਮਝਦਾ ਸੀ, ਉਹ ਤਾਂ ਅੰਦਰੋਂ ਇੱਕ ਹੈਵਾਨ ਸੀ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਉਲਟੇ ਪੈਰੀ ਮੁੜ ਆਇਆ ਤੇ ਬਾਹਰ ਆ ਕੇ ਬੈਠ ਗਿਆ। ਰੇਖਾ ਮੇਰੇ ਨਾਲ 3 ਸਾਲਾਂ ਤੋਂ ਸੀ, ਪਰ ਮੈਂ ਉਸਦੇ ਅਸਲ ਰੂਪ ਤੋਂ ਅਣਜਾਣ ਸੀ। ਮੈਨੂੰ ਉਸਦੇ ਨਾਲੋਂ ਨਫ਼ਰਤ ਹੋਣ ਲੱਗ ਪਈ ਸੀ। ਉਸਦੀ ਖਾਤਰ ਮੈਂ ਆਪਣੀ ਮਾਂ ਨੂੰ ਵੀ ਨਾਰਾਜ਼ ਕੀਤਾ ਅਤੇ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ, ਪਰ ਉਹ ਔਰਤ ਤਾਂ ਔਰਤ ਕਹਿਲਾਉਣ ਦੇ ਵੀ ਲਾਇਕ ਨਹੀਂ ਸੀ। ਹੁਣ ਮੈਂ ਜਾਣ ਚੁੱਕਿਆ ਸੀ ਕਿ ਰੱਬ ਨੇ ਸਾਨੂੰ ਔਲਾਦ ਕਿਉਂ ਨਹੀਂ ਦਿੱਤੀ ਸੀ ਜੋ ਦੂਜਿਆਂ ਦੇ ਬੱਚਿਆਂ ਨਾਲ ਇੱਦਾਂ ਦਾ ਸਲੂਕ ਕਰਦੀ ਹੋਵੇ। ਮਾਂ ਬਣਨਾ ਉਹਨਾਂ ਦੇ ਨਸੀਬ ਵਿੱਚ ਨਹੀਂ ਹੁੰਦਾ। ਮੈਂ ਉਸੇ ਸਮੇਂ ਪੁਲਿਸ ਨੂੰ ਫੋਨ ਕੀਤਾ ਅਤੇ ਉਸਦੀ ਸਾਰੀ ਸੱਚਾਈ ਉਹਨਾਂ ਨੂੰ ਦੱਸ ਦਿੱਤੀ ਜੋ ਮੈਂ ਦੇਖਿਆ ਸੀ। ਉਹ ਉਹਨਾਂ 4 ਮਰਦਾਂ ਨਾਲ ਰਲ ਕੇ ਇੱਕ ਛੋਟੇ ਬੱਚੇ ਦਾ ਗੁਰਦਾ ਕੱਢਣ ਦੀ ਤਿਆਰੀ ਕਰ ਰਹੇ ਸੀ ਤਾਂ ਇਸ ਹਸਪਤਾਲ ਵਿੱਚ ਘੱਟ ਪੈਸਿਆਂ 'ਤੇ ਇਲਾਜ ਕੀਤਾ ਜਾਂਦਾ ਸੀ। ਗਰੀਬ ਲੋਕ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਇਸ ਹਸਪਤਾਲ ਵਿੱਚ ਆਉਂਦੇ ਸੀ, ਪਰ ਇਹ ਲੋਕ ਇਲਾਜ ਦੇ ਨਾਮ 'ਤੇ ਉਹਨਾਂ ਦੇ ਗੁਰਦੇ ਕੱਢ ਕੇ ਵੇਚ ਰਹੇ ਸੀ। ਮੇਰੀ ਪਤਨੀ ਗੁਰਦਿਆਂ ਦੀ ਸਪੈਸ਼ਲਿਸਟ ਸੀ, ਪਰ ਉਹ ਆਪਣੇ ਕੰਮ ਦਾ ਗਲਤ ਉਪਯੋਗ ਕਰ ਰਹੀ ਸੀ। ਉਹ ਪੈਸਿਆਂ ਦੇ ਲਾਲਚ ਵਿੱਚ ਇਸ ਘਿਨਾਉਣੇ ਕੰਮ ਨੂੰ ਕਰ ਰਹੀ ਸੀ। ਪੁਲਿਸ ਨੇ ਆ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਅਤੇ ਪਤਾ ਲੱਗਾ ਇਹ ਲੋਕ ਇਸ ਘਟੀਆ ਕੰਮ ਨੂੰ ਬਹੁਤ ਸਾਲਾਂ ਤੋਂ ਕਰ ਰਹੇ ਸੀ। ਇਹ ਸਾਰੇ ਉਹ ਪੜ੍ਹੇ ਲਿਖੇ ਲੋਕ ਸੀ ਜੋ ਡਿਗਰੀ ਹਾਸਿਲ ਕਰਕੇ ਡਾਕਟਰ ਤਾਂ ਬਣ ਗਏ, ਪਰ ਇਨਸਾਨੀਅਤ ਭੁੱਲ ਗਏ। ਪੁਲਿਸ ਰੇਖਾ ਨੂੰ ਫੜ ਕੇ ਲਿਜਾਣ ਲੱਗੀ ਤਾਂ ਮੈਂ ਉਸਨੂੰ ਰੋਕ ਕੇ ਪੁੱਛਿਆ, ਆਪਣੀ ਜ਼ਿੰਦਗੀ ਵਿੱਚ ਇਹੋ ਜਿਹੀ ਕਿਹੜੀ ਕਮੀ ਸੀ ਜੋ ਤੂੰ ਆਹ ਗਲਤ ਰਸਤਾ ਅਪਣਾਇਆ? ਉਸਦੇ ਕੋਲ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਸੀ। ਪੈਸੇ ਦੀ ਭੁੱਖ ਨੇ ਉਸਨੂੰ ਅੰਨਾ ਕਰ ਦਿੱਤਾ ਸੀ, ਜਿਸ ਕਾਰਨ ਉਸਨੂੰ ਸਹੀ ਗਲਤ ਦੀ ਪਹਿਚਾਣ ਹੀ ਨਾ ਰਹੀ। ਮੈਨੂੰ ਉਸ ਤੋਂ ਨਫ਼ਰਤ ਹੋ ਗਈ ਸੀ। ਸੋ ਦੋਸਤੋ, ਅੱਜ ਦੀ ਕਹਾਣੀ ਇਹ ਸੀ। ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰੋ।